भीमराव अम्बेडकर जी की 132वीं जयंती मनाई जा रही है, डॉक्टर अम्बेडकर भवन ਦੇ ਵਿੱਚ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਅੱਜ ਦੇ दिन? वंदे मातरम, जय हिंद। यही हृदय में भाव आ रहा है। आज भारत पुत्र का जन्म दिवस है और भारत पुत्र के जन्म दिवस को किस प्रकार से मनाना चाहिए, ये आज यादवंशी वीर सेना ने आज कर दिखलाया है। जीवन पूर्ण होने के पश्चात भी किस प्रकार जीवनी बन जाता है और उनके जीवन का जितना भी उनका जीवन कार्य था किस प्रकार से एक प्रकाश पुंज हो जाता है और आने वाली अनंत पीढ़ियों को किस प्रकार से मार्ग दिखलाता है। ये बाबा भीमराव अंबेडकर के जन्म को, उनकी जीवनी को, उनके भीतर हम झांक कर ये हम सीख सकते हैं। और आज वास्तव में आज जिस प्रकार से वीर सेना ने, यादवंशी वीर सेना ने आज इस भूतकाल के जो बीत गया है वहाँ से ये भारत का विकास, ये जो प्रकाश पुंज है उनकी जीवनी का वो जो प्रकाश आज मंच के द्वारा वर्तमान में यहाँ पर प्रकाशित करके जिस प्रकार से उनके जीवन को विभिन्न बुद्धिजीवी यहाँ अपने स्वर देकर समाज में उनके जीवन पर प्रकाश डाल रहे हैं। वास्तव में मैं इस क्रिया को, मैं भावी भविष्य को संजोकर यहाँ से ये जो शिक्षा हमें देने की आवश्यकता है कि भीरू न बनिए, आप शिक्षा का, बाघिन का दूध पीजिए और भारत का जो प्रत्येक भारतीय है योद्धा के रूप में, बाबा भीम के योद्धा के रूप में फिर वो जिस प्रकार से ललकारेगा तो न भारत की ज़मीन पर ऊंच नीच का ही भेदभाव रहेगा, न नारी जो यहाँ पर प्रताड़ित रही थी उसके उत्थान का समय भी आएगा। और भारत को यदि हम आज अमृत काल में यदि हम उसे विकसित देशों की श्रेणी में देखना चाहते हैं तो ये बहुत ज़रूरी है। यहाँ का प्रत्येक भारतीय समांतर रूप से उसे विभिन्न मौके दिए जाएं, शिक्षा के, आगे बढ़ने के, नौकरी के, बिना किसी भेदभाव के। तो आज यहाँ से अवश्य कहूँगी उनके जीवन काल की जितनी भी उपलब्धियाँ रही हैं, उपलब्धि केवल मैं आज उनके जीवन काल की जीवनी को पढ़ते हुए कह रही हूँ। वास्तव में वो जीवन पूरा उद्यम का था, परिश्रम का था और लड़ते रहने का, थकने न का, ये हमें सिखलाता है जो आज हमें अपने जीवन में अनुकरण करने की आवश्यकता है। जय। असी एक सोचता चल रहे हैं, बाबा जी आपकी सोच से चलेंगे सोच से, तो बाबा जी की ਜਿਹੜੀ सोच आ ਉਹਨਾਂ ਨਾਲ ਜਿਹੜੇ ਕੋਈ ਪੋਲੀਟੀਕਲ ਜਿਹੜੀ ਪੁਰਾਣੀਆਂ ਪਾਰਟੀਆਂ ਭੁੱਲਦੀਆਂ ਜਾ ਰਹੀਆਂ, ਉਹ ਆਪਣੇ ਸੰਵਿਧਾਨ ਦੇ ਚੱਕਰਾਂ 'ਚ ਪਏ ਹੋਏ ਆ। ਜਦ ਕਿ ਭਾਰਤ ਦਾ ਜਿਹੜਾ ਸੰਵਿਧਾਨ ਆ ਬਾਬਾ ਅੰਬੇਦਕਰ ਜੀ ਨੇ ਇਹ ਬਣਾਇਆ ਵਾ, ਜਿਹੜਾ ਇਹਨਾਂ ਤੋਂ ਹਟ ਕੇ ਕੰਮ ਕਰੂਗਾ ਤਾਂ ਮੈਨੂੰ ਨਹੀਂ ਲੱਗਦਾ ਉਹ ਪਾਰਟੀ ਕਾਮਯਾਬ ਹੋਏਗੀ। ਹੁਣ ਆਦਿਵੰਸ਼ ਵੀਰ ਸੈਨਾ ਦੇ ਇਸ ਨੂੰ ਬਹੁਤ ਜ਼ਿਆਦਾ ਜੋਸ਼ ਨਾਲ ਪੰਜਾਬ ਤੋਂ ਸ਼ੁਰੂ ਕਰਕੇ ਵੈਸੇ ਤਾਂ ਵਰਲਡ ਵਿੱਚ ਆਦਿਵੰਸ਼ ਸੈਨਾ ਚੱਲਿਆ, ਮੂਲ ਵਾਸੀ ਲੋਕ ਆਪਾਂ ਹੈਗੇ ਆ। ਇਹ ਜਾਤ ਪਾਤਾਂ ਦੇ ਜਿਹੜੀਆਂ ਭੇਦਭਾਵ ਇਹਨਾਂ ਨੇ ਪਾਏ ਹੈਗੇ ਆ, ਇਹ ਨਹੀਂ ਹੋਣੇ ਚਾਹੀਦੇ। ਆਦਿਵੰਸ਼ ਵੀਰ ਸੈਨਾ ਇੱਕ ਆਪਣੇ ਮੂਲ ਵਾਸੀ ਰੂਪ ਦੇ ਵਿੱਚ ਇੱਕ ਸੰਗਠਨ ਖੜਾ ਕਰਨ ਜਾ ਰਹੀ ਆ ਜਿਹੜਾ ਕਿ ਬਾਬਾ ਜੀ ਦੀ ਸੋਚ ਦੇ ਨਾਲ ਚੱਲੇਗਾ। ਉਹਦਾ ਕਾਰਨ ਇਹ ਆ ਵੀ ਜਲੰਧਰ ਚੋਣਾਂ ਸੀਗੀਆਂ ਤੇ ਇੱਕ ਉਹਨਾਂ ਨੂੰ ਨਾ ਬਹੁਤ ਸਖਤ ਹਦਾਇਤਾਂ ਆਮ ਆਦਮੀ ਪਾਰਟੀ ਵੱਲੋਂ ਹੈਗੀ, ਸੁਪਰੀਮੋ ਵੱਲੋਂ, ਤੇ ਉਹ ਸਾਰੇ ਹੀ ਤਕਰੀਬਨ ਕੁਝ MLA ਸਾਹਿਬ ਤਾਂ ਪਹਿਲਾਂ ਹੀ ਉੱਥੇ ਹੈਗੇ ਆ ਤੇ ਕੁਝ ਆਉਂਦੇ ਆ ਫਟਾਫਟ ਹੀ ਸਵੇਰੇ ਨਿਕਲ ਜਾਂਦੇ ਆ, ਤੇ ਇਹ ਕਾਰਨ ਹੈਗਾ ਵਾ। ਲੇਕਿਨ ਫਿਰ ਵੀ ਸਾਡੇ ਕੋਲ ਇਕਬਾਲ ਪ੍ਰੀਤ ਸਿੰਘ ਜੀ ਸੋਤਾ ਜੀ, ਸਾਬਕਾ DGP ਸਾਹਿਬ, ਉਹਦਾ ਕਰਨਲ ਸਾਹਿਬ, ਆਪਣਾ ਹਿਮਰਾਜ ਜੀ ਅਗਰਵਾਲ ਜੀ ਮੈਡਮ, ਸਾਰੇ ਆਏ ਹੋਏ ਆ। ਤੇ ਸਾਡਾ ਤਾਂ ਇੱਕੋ ਹੀ ਮਕਸਦ ਹੈਗਾ ਵਾ ਬਾਬਾ ਜੀ ਦੀ ਸੋਚ ਦੇ ਨਾਲ ਚੱਲਣਾ। ਤੇ ਉਹ ਜਿਹੜੀ ਸੋਚ ਹੈਗੀ ਆ, ਕੁਝ ਪਾਰਟੀਆਂ ਹੈਗੀਆਂ ਜਿਹੜੀਆਂ ਡਬਾਉਣਾ ਚਾਹੁੰਦੀਆਂ ਵਾ, ਲੇਕਿਨ ਅਸੀਂ ਉਹਨਾਂ ਦੀ ਸੋਚ ਨੂੰ ਉੱਚਾ ਕਰਨਾ ਚਾਹੁੰਦੇ ਹਾਂ। ਮੈਂ ਤਾਂ ਸਾਰੀ ਪਾਰਟੀਆਂ ਨੂੰ ਇਹ ਕਹਾਂਗਾ, ਕਿਉਂਕਿ ਆਮ ਪਬਲਿਕ ਨੂੰ ਤਾਂ ਪਤਾ ਹੀ ਆ ਜਿਹੜੀਆਂ ਪਾਰਟੀਆਂ ਵਾ ਉਹ ਬਾਬਾ ਜੀ ਦੇ ਸੰਵਿਧਾਨ ਤੋਂ ਭਟਕ ਰਹੀਆਂ ਵਾ। ਮੈਂ ਉਹਨਾਂ ਅੱਗੇ ਇਹੀ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਜਿਹੜਾ ਸੰਵਿਧਾਨ ਹੈਗਾ ਵਾ ਉਸ ਦੇ ਮੁਤਾਬਕ ਹੀ ਚੱਲੋ, ਨਹੀਂ ਤੇ ਤੁਸੀਂ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਰਹੇਗੀ। ਦਿੱਤਾ ਹੋਇਆ ਸੰਦੇਸ਼ ਇੱਕ ਭਾਰਤ ਦਾ ਸੰਵਿਧਾਨ ਹੀ ਐਸਾ ਵਾ ਜਿਹੜਾ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ। ਇਹ ਬਾਬਾ ਸਾਹਿਬ ਦੀ ਦੇਣ ਆ। ਜਿਹੜਾ ਵੀ ਬੰਦਾ ਕੋਈ ਆਪਣੀ ਆਵਾਜ਼ ਨੂੰ ਅੱਗੇ ਕੋਈ ਦਬਿਆ ਕੁਚਲਿਆ ਬੰਦਾ ਹੁੰਦਾ ਸੀ, ਉਹਦੀ ਆਵਾਜ਼ ਦਬ ਜਾਂਦੀ ਸੀ। ਪਰ ਬਾਬਾ ਸਾਹਿਬ ਨੇ ਐਸਾ ਸੰਵਿਧਾਨ ਲਿਖ ਕੇ
ਹਰ ਗਰੀਬ ਗਰੂਬੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਦਿੱਤਾ। ਇਹ ਬਾਬਾ ਸਾਹਿਬ ਦੀ ਦੇਣ ਆ। ਤਾਂ ਹੀ ਅਸੀਂ ਅੱਜ ਸਾਰੇ ਲੋਕ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਰਧਾ ਸੁਮਨ ਭੇਟ ਕਰਦੇ ਹਾਂ ਔਰ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਦੇਸ਼ ਔਰ ਸਮਾਜ ਦੀ ਸੇਵਾ ਕਰਨੀ ਆ। ਤਾਂ ਹੀ ਆਪਣਾ ਦੇਸ਼ ਅੱਗੇ ਜਾਊਗਾ, ਤਾਂ ਹੀ ਆਪਣੇ ਸਮਾਜ ਜਿਹੜੇ ਆ ਉਹ ਜਿਹੜੇ ਗਰੀਬ ਗਰੂਬੇ ਲੋਕ ਨੇ ਉਹ ਉੱਪਰ ਉੱਠੂਗੇ ਜੇ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ। ਵਾਈਸ ਪ੍ਰਧਾਨ ਨੂੰ ਭੇਜੀ ਦਾ ਕਹਿਣਾ ਹੈ ਕਿ ਐਮਐਲਏ ਜਿਹੜੇ ਫੋਨ ਚੱਕਦੇ ਤੇ ਸੋਨ ਪ੍ਰੈਸ਼ਰ ਪੱਪੀ ਦੀ ਹੈ ਜਾਂ ਅੱਧੀ ਰਾਤ ਨੂੰ ਫੋਨ ਚੱਕਦੇ। ਦੇਖੋ, ਐਮਐਲਏ ਬਣਨਾ ਇਹ ਲੋਕਾਂ ਦੀ ਸੇਵਾ ਦਾ ਵਾ। ਜੇ ਆਪਾਂ ਸੇਵਾ ਹੀ ਭੁੱਲ ਗਏ ਫਿਰ ਐਮਐਲਏ ਬਣਿਆ ਦਾ ਕੀ ਫਾਇਦਾ। ਐਮਐਲਏ 5 ਸਾਲ ਬਾਅਦ ਇਹੀ ਲੋਕ ਨੇ ਜਿਨ੍ਹਾਂ ਦਾ ਕੋਈ ਟੈਲੀਫੋਨ ਨਹੀਂ ਚੱਕੂਗਾ ਉਹਨਾਂ ਨੂੰ ਘਰ ਵੀ ਬਿਠਾ ਦਿੰਦੇ ਆ। ਇਹ ਲੋਕਾਂ 'ਚ ਬਹੁਤ ਵੱਡੀ ਤਾਕਤ ਆ। ਬਾਬਾ ਸਾਹਿਬ ਦਾ ਕਹਿਣਾ ਪੜ੍ਹੋ ਲਿਖੋ ਜੁੜੋ ਸੰਘਰਸ਼ ਕਰੋ, ਨੌਜਵਾਨਾਂ ਨੂੰ ਨਸ਼ੇ ਤੋਂ ਰਹਿ ਪੈਣ ਲਈ ਕੀ ਕਹਿਣਾ ਚਾਹੁੰਦੇ? ਦੇਖੋ, ਬਾਬਾ ਸਾਹਿਬ ਦਾ ਉਸ ਵੇਲੇ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਅਸੀਂ ਲੋਕ ਆਨੰਦ ਮਾਣ ਰਹੇ ਆ। ਇਹ ਉਹਦਾ ਹੀ ਸੰਵਿਧਾਨ ਆ ਜਿਹੜਾ ਅੱਜ 132 ਸਾਲ ਬਾਅਦ ਉਹਦਾ ਆਨੰਦ ਮਾਣ ਰਹੇ ਆ। ਇਹ ਉਹਦੀ ਕਲਮ ਆ। ਜੋ ਉਹਦੀ ਕਲਮ ਨੇ ਲਿਖਿਆ ਉਹਦੇ ਉੱਤੇ ਇੱਕ ਇੱਕ ਬੰਦੇ ਦਾ ਚੱਲਣਾ ਧਰਮ ਤੇ ਕਰਮ ਆ। ਜਿਹੜਾ ਉਹਦੇ ਚੱਲੇ ਹੋਏ ਦੱਸੇ ਹੋਏ ਰਸਤੇ ਤੇ ਚੱਲੂਗਾ ਉਹ ਕਦੇ ਉਹਦੀ ਪਿੱਠ ਨਹੀਂ ਲੱਗਦੀ ਔਰ ਸਮਾਜ ਦੀ ਸੇਵਾ ਕਰੂਗਾ। ਦੇਖੋ, ਬਹੁਤ ਵੱਡਾ ਘਾਟਾ ਪੰਜਾਬ ਦੀ ਸਿਆਸਤ ਦੇ ਵਿੱਚ ਤਾਂ ਪਿਆ ਹੀ ਪਿਆ। ਪ੍ਰਕਾਸ਼ ਸਿੰਘ ਬਾਦਲ ਇੱਕ ਪੰਜਾਬ ਦਾ ਨਾਮ ਸੀ। ਪੰਜਾਬ ਦੇ ਨਾਮ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਜੁੜਿਆ ਹੋਇਆ ਸੀਗਾ ਔਰ ਪ੍ਰਕਾਸ਼ ਸਿੰਘ ਬਾਦਲ ਦਾ ਜਾਣਾ ਜਿੱਥੇ ਪਰਿਵਾਰ ਨੂੰ ਘਾਟਾ ਉੱਥੇ ਪੰਜਾਬ ਨੂੰ ਵੀ ਘਾਟਾ, ਸਾਰੇ ਪੰਜਾਬੀਆਂ ਨੂੰ ਘਾਟਾ। ਉਹੋ ਜੀ ਸ਼ਖਸੀਅਤ ਜਿਹਨੇ ਆਪਣੇ ਜੀਵਨ ਦੇ ਅੰਦਰ 70 ਸਾਲ ਆਪਣੀ ਰਾਜਨੀਤੀ ਦਾ ਜੀਵਨ ਪੰਜਾਬ ਦੇ ਲੋਕਾਂ ਦੇ ਲੇਖੇ ਲਾਇਆ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਔਰ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ ਔਰ ਉਹ ਸੱਚੀ ਰੂਹ ਨੂੰ ਸ਼ਰਧਾ ਸੁਮਨ ਭੇਟ ਕਰਦੇ ਆ। ਮੇਰਾ ਨਾਮ ਹੈ ਜਗਦੀਪ ਸਿੰਘ ਹੈ। ਮੈਂ ਆਦਿਵਾਸੀ ਵੀਰ ਸੈਨਾ ਦੇ ਵਿੱਚ ਪੰਜਾਬ ਦਾ ਐਡਵਾਈਜ਼ਰ ਹਾਂ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਡਿਸਟ੍ਰਿਕਟ ਜੁਆਇੰਟ ਸੈਕਟਰੀ ਹਾਂ। ਅੱਜ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ। ਬਾਬਾ ਸਾਹਿਬ ਦਾ ਜਨਮ ਦਿਨ ਤਾਂ 14 ਅਪ੍ਰੈਲ ਦਾ ਹੈ, ਪਰ ਕੁਝ ਕਾਰਨਾਂ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਸਾਡੀ ਵਾਰੀ 26 ਤਰੀਕ ਨੂੰ ਆਈ ਔਰ ਸਾਡੇ ਆਦਿਵਾਸੀ ਵੀਰ ਸੈਨਾ ਭਾਰਤ ਨੇ ਅੱਜ ਇੱਥੇ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ। ਮਨਾਉਣ ਦਾ ਕਾਰਨ ਇਹ ਸੀ ਵੀ ਸਾਡਾ ਜਿਹੜਾ ਸਮਾਜ ਹੈ ਉਸ ਨੂੰ ਪ੍ਰਫੁੱਲਤ ਕੀਤਾ ਜਾਵੇ, ਉਸ ਨੂੰ ਸੂਝਵਾਨ ਬਣਾਇਆ ਜਾਵੇ ਔਰ ਉਸ ਨੂੰ ਜਾਗਰੂਕ ਕਰਕੇ ਜਿਹੜੇ ਹੱਕ ਨੇ ਉਹਨਾਂ ਹੱਕਾਂ ਦੀ ਗੱਲ ਕੀਤੀ ਜਾਵੇ ਔਰ ਸਮਾਜ ਦੇ ਵਿੱਚ ਉਹਨਾਂ ਨੂੰ ਇਹ ਗੱਲ ਦੱਸੀ ਜਾਵੇ ਵੀ ਆਪਦਾ ਵਧੀਆ ਪੜ੍ਹ ਕੇ ਵਧੀਆ ਐਜੂਕੇਸ਼ਨ ਹਾਸਲ ਕਰਕੇ ਆਪਾਂ ਆਪਣੇ ਹੱਕਾਂ ਦੀ ਲੜਾਈ ਲੜੋ। ਆਪਣੇ ਹੱਕਾਂ ਦੀ ਖਾਤਰ ਜਿੱਥੇ ਵੀ ਕੁਝ ਕਰਨਾ ਹੈ ਉਹ ਕਰੋ ਔਰ ਉਹ ਕਰਨਾ ਕਲਮ ਦੇ ਸਿਰ 'ਤੇ ਹੈ, ਨਾ ਕਿ ਕਿਸੇ ਹੋਰ ਸਾਧਨ ਰਾਹੀਂ। ਔਰ ਸਮਾਜ ਦੇ ਵਿੱਚ ਬਾਬਾ ਸਾਹਿਬ ਨੇ ਜੋ ਪੂਰਨੇ ਪਾਏ ਉਹਨਾਂ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਲਿਆ ਜਾਂਦਾ ਹੈ ਔਰ ਲੋਕਾਂ ਨੂੰ ਔਰ ਖੁਦ ਵੀ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਵਾਸਤੇ ਆਪ ਵੀ ਔਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਸੰਦੀਪ ਅੰਬਕ, ਜ਼ਿਲ੍ਹਾ ਉਪਾਧਿਆਕਸ਼ ਆਦਿਵਾਸੀ ਵੀਰ ਸੈਨਾ। ਅੱਜ ਬਾਬਾ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ, ਬਹੁਤ ਮਨਾਇਆ ਜਾ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਅੱਜ ਅਸੀਂ ਆਦਿਵਾਸੀ ਵੀਰ ਸੈਨਾ ਪੰਜਾਬ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਉਪਲਕਸ਼ 'ਚ ਵਿਸ਼ਾਲ ਸਮਾਗਮ ਕਰਾਇਆ। ਸਮਾਗਮ ਕਰਾਉਣ ਦਾ ਮੇਨ ਮੋਟਿਵ ਸਿਰਫ ਸਾਡਾ ਸੀਗਾ ਕਿ ਜੋ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ 'ਚ ਸਾਨੂੰ ਦੇਣ ਦਿੱਤੀ ਹੈ ਉਹ ਸਮਾਜ ਤੱਕ ਪਹੁੰਚਾਈਏ। ਜਿਵੇਂ ਦੇਖਿਆ ਜਾਂਦਾ ਬਾਬਾ ਸਾਹਿਬ ਦੇ ਰਾਹ ਦੇ ਉੱਪਰ ਆਪਾਂ ਚੱਲਦੇ ਆ, ਕੁਝ ਬੰਦੇ ਐਸੇ ਹੈਗੇ ਜਿਹੜੇ ਨਹੀਂ ਚੱਲ ਪਾ ਰਹੇ, ਉਹਨਾਂ ਬਾਰੇ ਕੀ ਗੱਲ ਹੈ? ਕਿ ਬਾਬਾ ਸਾਹਿਬ ਨੇ ਸਪਸ਼ਟ ਕਿਹਾ ਹੈਗਾ ਕਿ ਸਾਡਾ ਸੰਵਿਧਾਨ ਪੂਰੇ ਵਰਲਡ ਦਾ ਸਭ ਤੋਂ ਵਧੀਆ ਸੰਵਿਧਾਨ ਹੈ, ਪਰ ਉਹਨੂੰ ਚਲਾਉਣ ਵਾਲੇ ਬੰਦੇ ਸਹੀ ਹੋਣੇ ਚਾਹੀਦੇ। ਉਸੇ ਤਰੀਕੇ ਉਹਨਾਂ ਨੇ ਦੂਸਰਾ ਵੀ ਕਿਹਾ ਹੈਗਾ ਕਿ ਸੰਵਿਧਾਨ ਵਧੀਆ ਉਦੋਂ ਤੱਕ ਹੀ ਹੈ ਜਦ ਤੱਕ ਉਹ ਬੰਦੇ ਚਲਾਉਣ ਵਾਲੇ ਵਧੀਆ ਨੇ। ਅਗਰ ਬੰਦੇ ਗਲਤ ਹੋ ਗਏ ਤਾਂ ਸੰਵਿਧਾਨ ਵੀ ਗਲਤ ਹੋਊਗਾ ਇੱਕ ਤਰ੍ਹਾਂ ਦਾ। ਇਸ ਕਰਕੇ ਬੰਦੇ ਗਲਤ ਜਿਹੜੇ ਨਹੀਂ ਮੰਨਦੇ ਨਾ ਮੰਨਣ, ਪਰ ਅੱਜ ਦੇ ਟਾਈਮ 'ਚ 90% ਬੰਦੇ ਇੱਦਾਂ ਦੇ ਨੇ ਜਿਹੜੇ ਸੰਵਿਧਾਨ ਦੇ ਉੱਪਰ ਚੱਲਦੇ। ਸਾਡੇ MLA ਮੰਤਰੀ ਜੋ ਵੀ ਬੰਦੇ ਸੰਵਿਧਾਨ ਦੀ ਹੀ ਦੇਣ ਹੈ,
ਅਗਰ ਅਸੀਂ ਆਪਣੀ ਵਧੀਆ ਐਜੂਕੇਸ਼ਨ ਲਿੱਤੀ, ਵਧੀਆ ਹੀ ਸਟੱਡੀ ਕੀਤੀ, ਉਹ ਵੀ ਸਾਡੀ ਸੰਵਿਧਾਨ ਦੀ ਹੀ ਦੇਣ ਹੈ। ਕੀ ਮੈਸੇਜ ਕੀ ਦੇਣਾ ਚਾਹੁੰਦੇ? ਮੈਸੇਜ ਬਾਬਾ ਸਾਹਿਬ ਨੇ ਵੱਲੋਂ ਜੋ ਉਪਰਾਲੇ ਕੀਤੇ ਗਏ, ਜਿਵੇਂ ਕਿ ਲੇਡੀਜ਼ ਦੇ ਉੱਪਰ ਆਪਾਂ ਗੱਲ ਕਰ ਲਈਏ, ਔਰਤਾਂ ਨੂੰ ਹਿੰਦੂ ਵਿਲ ਕੋਡ ਦੇ ਥਰੂ ਸਮਾਨਤਾ ਦਾ ਅਧਿਕਾਰ ਦਿੱਤਾ, ਤਾਂ ਹੀ ਸਾਡੀ ਪਹਿਲੀ ਪ੍ਰਧਾਨ ਮੰਤਰੀ ਲੇਡੀਜ਼ ਬਣੀ ਸੀਗੀ ਇੰਦਰਾ ਗਾਂਧੀ। ਤੇ ਇਸੇ ਤਰੀਕੇ ਸਿੱਖਿਆ ਦਾ ਉਪਰਾਲਾ ਕੀਤਾ ਹੈਗਾ, ਆਪਣੇ ਰਾਈਟਸ, ਆਪਣੇ ਬੋਲਣ ਦੀ ਆਜ਼ਾਦੀ ਤੇ ਆਪਣੀ ਮਤਲਬ ਕਿਸੇ ਵੀ ਧੱਕੇਸ਼ਾਹੀ ਦੇ ਉੱਪਰ ਆਪਣੀ ਸਪੀਚ ਦੇਣ ਦੀ ਜਾਂ ਆਪਣਾ ਪ੍ਰੋਟੈਸਟ ਕਰਨ ਦੀ ਆਜ਼ਾਦੀ ਬਾਬਾ ਸਾਹਿਬ ਦੀ ਦੇਣ ਹੈ। ਬਸ ਇਹੀ ਸੰਦੇਸ਼ ਹੈ ਕਿ ਪੜ੍ਹੋ ਲਿਖੋ ਤੇ ਬਾਬਾ ਸਾਹਿਬ ਦੇ ਚਲਾਏ ਹੋਏ ਆਦਰਸ਼ਾਂ ਤੇ ਚਲੋ।